ਕੱਲ ਜਲੰਧਰ ਦੇ ਵਿੱਚ ਮਹਿਲਾ ਕਿਸਾਨ ਯੂਨੀਅਨ ਦੀ ਸਥਾਪਨਾ ਹੋਈ, ਰਜਿਸਟਰਡ ਹੋ ਚੁੱਕੀ ਆ ਔਰ ਉਹਦਾ ਕੱਲ ਲੋਗੋ ਝੰਡਾ ਜਿਹੜਾ ਉਹ ਰਿਲੀਜ਼ ਕੀਤਾ ਗਿਆ ਤੇ ਕੁਝ ਅਹੁਦੇਦਾਰੀਆਂ ਵੀ ਵੰਡੀਆਂ ਗਈਆਂ। ਸੋ ਅਹੁਦੇਦਾਰੀਆਂ ਤਾਂ ਖੈਰ ਮੇਰੇ ਹਿਸਾਬ ਨਾਲ ਹੋਣੀਆਂ ਇਹੀ ਚਾਹੀਦੀਆਂ ਕਿ ਸਾਰੇ ਸੇਵਾਦਾਰ ਬਣ ਕੇ ਕੰਮ ਕਰਨ ਤਾਂ ਮੱਚ ਬੈਟਰ ਹੈ। ਪਰ ਜਦੋਂ ਪ੍ਰੈਸ ਕਾਨਫਰੰਸ ਹੋਈ PCOE ਪ੍ਰੈਸ ਕਲੱਬ ਦੇ ਵਿੱਚ, ਇਹਦੇ ਦੋ ਕਾਰਨ ਸੀਗੇ। ਇੱਕ ਤਾਂ ਕੱਲ ਵਿਸ਼ਵ ਮਹਿਲਾ ਦਿਵਸ ਸੀਗਾ। ਵਿਸ਼ਵ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ। ਉਹਦੇ ਪਿੱਛੇ ਇੱਕ ਬੜੀ ਵੱਡੀ ਕਹਾਣੀ ਹੈ। ਤੁਸੀਂ ਸਾਰੇ ਜਾਣਦੇ ਹੋ, ਜਦੋਂ ਜਿਹੜੀਆਂ ਮਜ਼ਦੂਰ ਔਰਤਾਂ ਸੀਗੀਆਂ ਉਹਨਾਂ ਦੇ ਨਾਲ ਜਿਹੜਾ ਅਤਿਆਚਾਰ ਹੁੰਦਾ ਸੀਗਾ, ਉਹਦੇ ਤੋਂ ਨਿਜਾਤ ਪਾਉਣ ਦੇ ਲਈ ਮਹਿਲਾਵਾਂ ਨੇ ਇੱਕ ਵੱਡਾ ਸੰਘਰਸ਼ ਕੀਤਾ ਸੀਗਾ। ਉਸ ਦਿਨ ਤੋਂ ਲੈ ਕੇ ਟਿਲ ਡੇਟ ਤੱਕ ਇਹ ਅੱਜ ਵੀ ਮਹਿਲਾ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ। ਵੈਸੇ ਤਾਂ ਹਰ ਪਲ, ਹਰ ਘੜੀ, ਹਰ ਦਿਨ, ਹਰ ਮਹੀਨਾ, ਹਰ ਸਾਲ, ਹਰ ਸਦੀ ਮਹਿਲਾ ਦਿਵਸ ਹੋਣੀ ਚਾਹੀਦੀ ਆ। ਪਰ ਜੇਕਰ ਆਪਾਂ ਗੱਲ ਕਰੀਏ ਕਿ ਪਿੰਡਾਂ ਤੇ ਸ਼ਹਿਰਾਂ ਦੀ ਔਰਤਾਂ ਦੀ ਜਿਹੜੀ ਦਿਸ਼ਾ ਹੈਗੀ ਆ, ਦਸ਼ਾ ਹੈਗੀ ਆ, ਉਹਦੇ ਵਿੱਚ ਬਹੁਤ ਵੱਡਾ ਅੰਤਰ ਹੈ। ਭਾਵੇਂ ਕਿ ਅਸੀਂ ਦਮਗਜ਼ੇ ਮਾਰੀ ਜਾਂਦੇ ਆ ਕਿ 21ਵੀਂ ਸਦੀ ਦੀ ਔਰਤ ਪੂਰਨ ਰੂਪ ਦੇ ਵਿੱਚ ਸਿੱਖਿਅਤ ਹੋ ਚੁੱਕੀ ਆ ਤੇ ਹਰ ਖੇਤਰ ਦੇ ਵਿੱਚ ਉਹ ਮੱਲਾ ਮਾਰ ਰਹੀ ਆ, ਪਰ ਇਹ ਉਨੀ ਸੱਚਾਈ ਨਹੀਂ ਹੈ ਜਿੰਨੀ ਮੀਡੀਆ ਤੇ ਦਿਖਾਈ ਜਾਂਦੀ ਹੈ। ਮੈਨੂੰ ਯਾਦ ਹੈ ਕਿ ਜਵਾਹਰ ਨਵੋਦਿਆ ਵਿਦਿਆਲਿਆ ਦੇ ਵਿੱਚ ਇੱਕ ਬਾਹਰ ਤੋਂ ਬੀਬੀ ਆਈ ਔਰ ਉਹਨੇ ਕਿਹਾ ਕਿ ਜਦੋਂ ਅਸੀਂ TV ਸਕਰੀਨ ਦੇ ਉੱਪਰ ਪੰਜਾਬ ਦੀ ਹਰਿਆਵਲ ਦੇਖਦੇ ਹਾਂ, ਬੜਾ ਮਨਮੋਹਕ ਦ੍ਰਿਸ਼ ਦੇਖਦੇ ਹਾਂ ਤੇ ਅਸੀਂ ਖਿੱਚੇ ਚਲੇ ਆਉਂਦੇ ਹਾਂ, ਪਰ ਜਦੋਂ ਵਾਸਤਵਿਕਤਾ ਦੇ ਵਿੱਚ ਇੱਥੇ ਆ ਕੇ ਦੇਖਦੇ ਜਹਾਜ਼ੋਂ ਉਤਰ ਕੇ ਤੇ ਮਨ ਨੂੰ ਬੜੀ ਨਿਰਾਸ਼ਾ ਹੁੰਦੀ ਹੈ। ਕਹਿਣ ਦਾ ਭਾਵ ਕਿ ਕੈਮਰੇ ਤੇ ਜੋ ਦਿਖਾਇਆ ਜਾਂਦਾ, ਐਡੀਟਿੰਗ ਕਰਕੇ ਜਿਸ ਤਰ੍ਹਾਂ ਉਹਨੂੰ ਕਲੈਰਿਟੀ ਦਿਖਾਈ ਜਾਂਦੀ ਆ, ਉਹ ਅਸਲ ਦੇ ਵਿੱਚ ਰਿਐਲਿਟੀ ਦੇ ਵਿੱਚ ਨਹੀਂ ਹੁੰਦੀ। ਇਸੇ ਤਰੀਕੇ ਦੇ ਨਾਲ ਕੁਝ ਸਮਾਜਿਕ ਤੱਥ ਜਿਹੜੇ ਉਹ ਬੜੇ ਵਧਾ ਚੜਾ ਕੇ ਪੇਸ਼ ਕੀਤੇ ਜਾਂਦੇ ਆ ਕਿ ਇਹ ਹੈ, ਉਹ ਨਹੀਂ ਹੈ। ਜਿਵੇਂ ਮੀਡੀਆ ਦੀ ਗੱਲ ਕਰੀਏ, ਮੀਡੀਆ ਨੂੰ ਚੌਥਾ ਥੰਮ ਸਮਾਜ ਦਾ ਕਿਹਾ ਜਾਂਦਾ, ਜਿਹੜਾ ਆਮ ਪਬਲਿਕ ਤੇ ਜਿਹੜੇ ਸੱਤਾ ਕਰਦੀਆਂ ਧਿਰਾਂ ਹੁੰਦੀਆਂ, ਲੀਡਰਸ਼ਿਪ ਹੁੰਦੀ ਆ, ਜਾਂ ਜਿਹੜੇ ਕਿਸੇ ਸੂਬੇ ਦੀ ਜਾਂ ਦੇਸ਼ ਦੀ ਨੁਮਾਇੰਦਗੀ ਕਰ ਰਿਹਾ ਤਬਕਾ ਹੁੰਦਾ, ਉਹਨਾਂ ਦੇ ਵਿਚਕਾਰ ਇੱਕ ਪੁਲ ਦਾ ਕੰਮ ਕਰਦਾ, ਮੈਸੇਂਜਰ ਦਾ ਕੰਮ ਕਰਦਾ। ਪਰ ਮੀਡੀਆ ਜਿਹੜਾ ਹੈਗਾ, ਪਤਾ ਨਹੀਂ ਕਿਉਂ ਆਪਣੀ ਅਸਲ ਜ਼ਿੰਮੇਵਾਰੀ ਤੋਂ ਥੋੜ੍ਹਾ ਜਿਹਾ ਇੱਧਰ ਉੱਧਰ ਹੋ ਜਾਂਦਾ ਹੈ। ਉਹ ਇਸ ਲਈ ਕਹਿ ਰਹੀ ਹਾਂ ਕਿ ਇਲੈਕਸ਼ਨਾਂ ਤੋਂ ਪਹਿਲਾਂ, ਜਿਹੜੀਆਂ ਤਾਜ਼ਾ ਇਲੈਕਸ਼ਨ ਹੋ ਕੇ ਹਟੀਆਂ ਨੇ, ਇਹਨਾਂ ਤੋਂ ਕੁਝ ਦਿਨ ਪਹਿਲਾਂ ਕੁਝ ਕੁ ਮੀਡੀਆ ਜਿਹੜਾ ਜਿਹਨੂੰ ਕਾਫੀ ਪਪੂਲੈਰਿਟੀ ਮਿਲੀ ਹੋਈ ਆ, ਉਹ ਜਿਹੜਾ ਵੱਖ-ਵੱਖ ਜਿਹੜੀ ਸਿਆਸੀ ਲੀਡਰ ਸੀਗੇ ਉਹਨਾਂ ਦੇ ਨਾਲ ਜਾ ਕੇ ਇੰਟਰਵਿਊਜ਼ ਕਰ ਰਿਹਾ ਸੀਗਾ। ਇੱਕ ਮੀਡੀਆ ਵਾਲਾ ਭਾਈ ਸਾਹਿਬ ਐਂਕਰ ਨੇ ਕਿਸੇ ਕਾਂਗਰਸੀ ਮਿਨਿਸਟਰ ਦੀ ਇੰਟਰਵਿਊ ਦੌਰਾਨ ਉਹਦੇ ਮੂੰਹ ਕਹਿੰਦੇ ਨਾ ਸੱਚ ਜਿਹੜਾ ਉਹ ਪ੍ਰਗਟ ਹੋ ਹੀ ਜਾਂਦਾ। ਅਸਲੀਅਤ ਮਨ 'ਚ ਕੀ ਹੈ, ਕਿਤੇ ਨਾ ਕਿਤੇ ਲੱਭਾਂ ਤੇ ਆ ਹੀ ਜਾਂਦੀ ਉਹ ਗੱਲ। ਉਹ ਕਹਿੰਦਾ ਕਿ ਸਾਡੇ ਲਈ ਵੀ ਆਹੀ ਸੀਜ਼ਨ ਚੋਣਾਂ ਦਾ ਸੀਜ਼ਨ ਹੁੰਦਾ, ਕਮਾਈ। ਇੱਥੇ ਇੱਕ ਉਹਨੇ ਸਟਾਪ ਲਾ ਦਿੱਤਾ, ਅੱਗੇ ਡੈਸ਼। ਤੁਸੀਂ ਸਮਝਦੇ ਹੋ ਵੀ ਕੀ ਕਹਿਣਾ ਚਾਹੁੰਦਾ, ਕਹਿਣ ਦੀ ਲੋੜ ਨਹੀਂ। ਮੇਰੇ ਖਿਆਲ ਉਹਦੇ ਦਿਮਾਗ 'ਚ ਗੱਲ ਆ ਗਈ ਕਿ ਮੈਂ ਕਿੱਧਰ ਗੱਲ ਲੈ ਗਿਆ। ਸੋ ਜਿਸ ਦੇਸ਼ ਦਾ ਮੀਡੀਆ ਇਲੈਕਸ਼ਨ ਨੂੰ, ਚੋਣਾਂ ਨੂੰ ਕਮਾਈ ਦਾ ਸਾਧਨ ਮੰਨਦਾ ਹੋਵੇ, ਉਹਦੇ ਤੋਂ ਅੰਦਾਜ਼ੇ ਲਾ ਲੈਣੇ ਔਖੇ ਨਹੀਂ ਹੈ
कि जो एग्जिट पोल्स निकल के आ रही हैं, जो सर्वे निकल के आ रहे ने, वो किन्ने क सच्चाई ते आधारित ने। खबरां निकल के आ रही ने कि पार्टियां वालों ये जिहड़े सर्वे करता हैगे ने मीडिया वाले, ਵੱਡੇ पद्धर ते इन्हां दी खरीदो फरोख्त हुई है। सो ये एक त्रासदी है कि जिस पासे मीडिया वे बना दिंदा जिस चीज़ की, लोगों का झुकाव अपने आप ही उधर हो जाता, कुछ डर के ते कुछ निराश हो के कहते चलो भी जे यही पार्टी आ रही है सत्ता दे विच तो चलो फिर असी काहदे लई वैर पाउणा इन्हां दे नाल, स्थानक MLA दे नाल। जे उन्होंने पता लग गया कि असी वोट उन्होंने पाई नहीं तो होर तरह के झूठे सच्चे परचे कर करा के काहदे लई मुसीबतां च पैना, कोर्टां कचहरियां के चक्करां च पैना। कुछ इस चीज़ तो डरते, कुछ कहते चलो बैठी है घर दे विच वोट पाउणी है किसी नूं, जे पार्टी आ रही है तो आपां भी पा दिंदे हां। कुछ अजिहे लोगों नूं भी असीं मिले जिन्हां ने कहा कि भी देखांगे जी जिधर लोग पाउणगे उधर असीं पा देंगे, भाव के उन्हां दे अंदर सोचण समझण दी शक्ति तक खत्म कर दिंदा मीडिया। इस किस्म की वेव बनाउंदा, वो खुद विचार कर ही नहीं सकते कि साडे लई किहड़ा बंदा माड़ा है ते किहड़ा चंगा, कि इहनूं असीं चुन के सत्ता दे विच लैके आईए तां कि 5 साल शांति नाल रह सकीए। सो इस करके थोड़ी जी निराशता मीडिया दे नाल इस करके बन जाती है कि ये बनदी जिम्मेदारी ईमानदारी दे नाल क्यों नहीं निभा रहे, इस सवाल च लग जाता। आपां गल फिर उत्थे लैके आउने घुमा फिरा के जिहड़ी गल किसान यूनियन महिला किसान यूनियन माफ करना बनी है, उत्थे कल पत्रकारां ने बहुत तिखे सवाल किए, अपने आप नूं बहुत ज़्यादा वड्डे ते बहुत एक्सपर्ट शो अप करने की कोशिश की, पर कुछ बेतुके भी सी। जिवें कि हुण घरेलू किसानी तो उठियां महिलावां जदों PC करदियां ने प्रैस क्लब दे विच बैठ के, तो मेरा ख्याल पत्रकारां नूं भी दा भी फर्ज बन जाता है कि उस किस्म के सवाल उन्हां नूं कीते जाण। हुण एक डॉक्टर नूं सवाल तुसीं जे इंजीनियरिंग वाले करोगे भी डॉक्टर साहब दसो जिहड़ा पुल बनाउणा इहदा ढांचा किवें खड़ा होऊगा, जां कोई बिल्डिंग तैयार करनी है ते ओहदी परपक्कता जानन दे लई सानूं किहड़े पिलर जिहड़े ओह तैयार करने चाहिए आ, स्केयर करने चाहिए, राउंड करने चाहिए, किहड़े ज़्यादा वेट बर्दाश्त कर सकते हैं, लॉन्ग रन चल सकते हैं, तो हासोहीनी स्थिति नहीं बन जाऊगी कि डॉक्टर नूं ये पूछा जा रहा है कि बिल्डिंग की उसारी दे विच कितना मटीरीयल लगेगा, कितना सरिया, कितना बजरी, कितनी सीमेंट, कितना सीमेंट इहदे विच लगेगा, ये तो उहदा काम नहीं। सो घरेलू किसान बीबियां जिहड़ियां आईयां दाद देनी बनती, सल्यूट करनी बनती है उन्होंने कि उन्होंने कोई कदम तो चुकिया, पहल कदमी तो की। और मैनू लग्या कि वो जिहड़े सवाल सीगे वो सवाल वाजिबता घट लगती सी उन्हां दे विच, वो जैलसी जो ज़्यादा उपजे हुए लगते सी कि ये औरत है, क्योंकि मर्द हमेशा औरत नूं एक नीरसता दे नाल देखदा, एक कमज़ोर पक्ष वजों लैंदा कि ये एक जिहड़ा समाज का कमज़ोर पक्ष है, तो दलित नूं भी इसे कैटेगरी च रखिया जाता है। ये त्रासदी है। यही कारण है कि अज पिंडां दे विच दलित भाईचारा जिहड़ा वो खड़न लई तैयार नहीं हैगा साडे किसान तबके दे नाल, कहंदा कि साडे नाल ज़्यादतियां हुंदियां ने। इस चीज़ां कदों असीं समझांगे, जिन्नी देर दो वर्गां नूं जिहड़ा बराबरता की मानता नहीं दिती जाती समाज दे विच,
समाज तरक्की नहीं कर सकता। सो ਉਹ ਤੁਸੀਂ ਜੀ ਕਿਉਂ ਬਣਾਇਆ ਇਹ ਮਹਿਲਾ ਕਿਸਾਨ ਯੂਨੀਅਨ? 32 ਕਿਸਾਨ ਯੂਨੀਅਨਾਂ ਘੱਟ ਸੀ ਕੀ ਤੁਸੀਂ ਉਹਨਾਂ ਦੇ ਵਿੱਚੋਂ ਹੀ ਨਿਕਲੇ ਹੋ? 13 ਮਹੀਨੇ ਜਿਹੜਾ ਦਿੱਲੀ ਦੇ ਵਿੱਚ ਅੰਦੋਲਨ ਚੱਲਿਆ, ਕੀ ਔਰਤਾਂ ਦੀ ਭਾਗੀਦਾਰੀ ਉਹਦੇ ਵਿੱਚ ਨਹੀਂ ਸੀ? ਜਦੋਂ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਭਰ ਤੇ ਦੇਸ਼ ਭਰ ਦੇ ਸੂਬਿਆਂ ਤੋਂ ਆ ਕੇ ਉੱਥੇ ਔਰਤਾਂ, ਮਰਦ, ਬਜ਼ੁਰਗ, ਬੱਚੇ ਸਾਰੇ ਬੈਠੇ ਇਕੱਠੇ ਹੋ ਕੇ, ਤੇ ਫੇਰ ਹੀ ਜਾ ਕੇ ਪਤਾ ਲੱਗਿਆ ਕਿ ਕਿੱਥੇ ਊਣਤਾਈਆਂ ਨੇ, ਕਿੱਥੇ ਕਿਹੜੇ ਵਰਗ ਦੇ ਨਾਲ ਜ਼ਿਆਦਤੀ ਹੋ ਰਹੀ ਹੈ ਤੇ ਕਿੱਥੇ ਉਹਨੂੰ ਬਰਾਬਰੀ ਨਹੀਂ ਮਿਲ ਰਹੀ। ਇਹ ਚੀਜ਼ਾਂ ਨਿਕਲ ਕੇ ਆਈਆਂ। ਜਿਹੜੀਆਂ ਔਰਤਾਂ ਬਿਲਕੁਲ ਪਛੜੇ ਪਿੰਡਾਂ ਦੇ ਵਿੱਚੋਂ ਵੀ ਕਿਸਾਨ ਬੀਬੀਆਂ ਉੱਠ ਕੇ ਗਈਆਂ ਸੀ ਧਰਨੇ ਦੇ ਵਿੱਚ, ਕਈ ਮਹੀਨੇ ਉੱਥੇ ਰਹੀਆਂ, ਆਪਣੀ ਭਾਗੀਦਾਰੀ ਦਿੱਤੀ, ਆਪਣੀ ਸ਼ਮੂਲੀਅਤ ਕੀਤੀ। ਅਸਲ ਦੇ ਵਿੱਚ ਉਹ ਐਜੂਕੇਟ ਹੋਈਆਂ ਉੱਥੇ ਬੈਠ ਕੇ ਪ੍ਰੈਕਟੀਕਲੀ, ਕਿ ਉਹਨਾਂ ਨਾਲ ਘਰਾਂ ਦੇ ਵਿੱਚ ਡੋਮੈਸਟਿਕ ਵਾਇਓਲੇਸ਼ਨ ਕਿਉਂ ਹੁੰਦੀ ਸੀ, ਕਿਸ ਪੱਧਰ ਦੀ ਹੁੰਦੀ ਸੀ, ਤੇ ਉਹਦੇ ਖਿਲਾਫ ਆਵਾਜ਼ ਕਿਉਂ ਨਹੀਂ ਸੀ ਉਠਾ ਪਾਉਂਦੀਆਂ ਉੱਥੇ ਜਾ ਕੇ, ਕਿਉਂਕਿ ਉੱਥੇ ਭਾਰਤ ਭਰ ਤੋਂ ਹੀ ਨਹੀਂ, ਵਿਦੇਸ਼ਾਂ ਤੋਂ ਵੀ ਚੱਲ ਕੇ ਬੜੇ ਵਿਦਵਾਨ ਕਿਸਮ ਦੇ ਲੋਕ ਵੀ ਆਏ, ਜਿਹੜੇ ਆਜ਼ਾਦੀ ਨੂੰ ਪਿਆਰ ਕਰਦੇ। ਬਹੁਤ ਹਾਈ ਕੁਆਲੀਫਾਈਡ ਲੇਡੀਜ਼ ਆਈਆਂ, ਜਿਨ੍ਹਾਂ ਦਾ ਆਪਸ ਵਿੱਚ ਘੱਟ ਪੜ੍ਹੀਆਂ ਲਿਖੀਆਂ ਤੇ ਬਿਲਕੁਲ ਅਨਪੜ੍ਹ ਤੇ ਬਹੁਤ ਪੜ੍ਹੀਆਂ ਲਿਖੀਆਂ ਤੇ ਹਾਇਰ ਐਜੂਕੇਟਡ ਜਦੋਂ ਔਰਤਾਂ ਦਾ ਆਪਸ ਦੇ ਵਿੱਚ ਸੰਵਾਦ ਹੋਇਆ, ਤੇ ਫਿਰ ਉਹਨਾਂ ਨੂੰ ਪਛੜੇ ਪਿੰਡਾਂ 'ਚ ਜਿਹੜੀਆਂ ਉੱਠ ਕੇ ਗਈਆਂ ਸੀਗੀਆਂ ਘੱਟ ਪੜ੍ਹੀਆਂ ਲਿਖੀਆਂ ਜਾਂ ਟੋਟਲ ਅਨਪੜ੍ਹ ਬੀਬੀਆਂ, ਉਹਨਾਂ ਨੂੰ ਸਮਝ ਆਈ ਕਿ ਉਹਨਾਂ ਦੇ ਨਾਲ ਕਿੱਥੇ ਕਿੱਥੇ ਜ਼ਿਆਦਤੀਆਂ ਹੋ ਰਹੀਆਂ ਨੇ। ਜੇ ਇਸ ਤੋਂ ਵੀ ਅੱਗੇ ਆਪਾਂ ਜਾਈਏ, ਸੁਣਿਆ ਕੱਲ ਕਿਸੇ ਵੀਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇੱਕ ਮਹਿਲਾ ਕਿਸਾਨ ਯੂਨੀਅਨ ਬਣੀ ਹੋਈ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਵੀ ਬਾਰਡਰ ਦੇ ਉੱਪਰ ਉਸ ਮਹਿਲਾ ਕਿਸਾਨ ਯੂਨੀਅਨ ਦੀ ਕਿਸੇ ਕਾਰਕੁਨ ਨੂੰ, ਪ੍ਰਧਾਨ ਨੂੰ, ਚੇਅਰਪਰਸਨ ਨੂੰ ਜਾਂ ਕਿਸੇ ਵੀ ਅਹੁਦੇਦਾਰ ਨੂੰ SKM ਦੀ ਮੀਟਿੰਗ ਦੇ ਵਿੱਚ ਕਦੇ ਵੀ ਕਿਸੇ ਕੁਰਸੀ ਤੇ ਬੈਠੇ ਨਹੀਂ ਪਾਇਆ ਗਿਆ। ਸਵਾਲ ਤਾਂ ਬਣਦਾ ਫਿਰ, ਪਰ ਜਦੋਂ ਇਹ ਸਵਾਲ ਚੁੱਕਦੇ ਆ ਤੇ ਫਿਰ ਦਲੀਲਾਂ ਦੇਣ ਵਾਲੇ ਬੜੇ ਹੁੰਦੇ ਨੇ ਦਲੀਲਬਾਜ਼ੀ ਵਿੱਚ। ਅੱਛਾ ਜੀ, ਹੁਣ ਤੁਸੀਂ ਇਹ ਵਰਗ ਵੰਡ ਕਰਕੇ ਦੇਖੋਗੇ ਜੀ, ਹੁਣ ਤੁਸੀਂ ਇਹ ਵੇਲਾ ਨਹੀਂ ਜੀ ਵਰਗ ਵੰਡ ਕਰਨ ਦਾ। ਨਹੀਂ, ਅਸੀਂ ਵਰਗ ਵੰਡ ਨਹੀਂ ਕਰ ਰਹੇ, ਅਸੀਂ ਮਾਨਵੀ ਅਧਿਕਾਰਾਂ ਦੀ ਗੱਲ ਕਰ ਰਹੇ ਹਾਂ। ਔਰਤ ਵੀ ਮਾਨਵ ਹੈ, ਜੀਵ ਹੈ ਪਰਮਾਤਮਾ ਦਾ, ਅਸੀਂ ਉਹ ਗੱਲ ਕਰ ਰਹੇ ਹਾਂ। ਸੋ ਗੁਰਬਾਣੀ ਦੀ ਇੱਕ ਤੁਕ ਹੈ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਭਰ ਸਰਵਰ ਜਾ ਉਛਲੇ ਤਰਨ ਦਹੇਲਾ। ਵੀ ਜਦੋਂ ਸਮਾਂ ਰਹਿੰਦੇ ਹੀ ਅਸੀਂ ਕੋਈ ਕੰਮ ਕਰਨ ਵਾਲੇ ਪਾਸੇ ਨਹੀਂ ਆਵਾਂਗੇ, ਤੇ ਫਿਰ ਵਕਤ ਜਦੋਂ ਗੁਜ਼ਰ ਜਾਂਦਾ ਹੈ ਨਾ, ਇੱਕ ਕਹਾਵਤ ਹੈ ਕਿ ਤਾਲੋ ਖੁੰਝੀ ਡੂਮੜੀ ਗਾਵੇ ਆਲ। ਫਿਰ ਇਹ ਜਿਹੀਆਂ ਕਹਾਵਤਾਂ ਐਵੇਂ ਨਹੀਂ ਨਿਕਲੀਆਂ, ਇਹ ਤੱਥ ਐਵੇਂ ਨਹੀਂ ਸਾਡੇ ਸਾਹਮਣੇ ਆਏ, ਇਹਨਾਂ ਦੇ ਨਿਚੋੜ ਕੱਢੇ ਗਏ, ਸਿਧਾਂਤ ਤੇ ਬੇਸ ਨੇ। ਕਹਿੰਦਾ ਭਾਵ ਕਿ ਹੁਣ ਮੌਕਾ ਹੈ, ਜਦੋਂ ਹੁਣ ਕਹਿੰਦੇ ਨਾ ਵੀ ਜਬੇ ਬਾਣ ਲੱਗ ਗਿਓ ਤਬੇ ਰੋਸ ਜਾਗਿਓ। ਉਹ ਇੱਕ ਐਸੀ ਜਿਹੜੀ ਵਿਸ਼ਵ ਵਿਦਿਆਲਿਆ ਸੀਗਾ ਉਹ ਅੰਦੋਲਨ, ਜਿਹਦੇ ਵਿੱਚ ਔਰਤ ਨੇ ਬਹੁਤ ਕੁਝ ਸਿੱਖਿਆ। ਉਹਨੇ ਸਿੱਖਿਆ ਕਿ ਉਹਦਾ ਆਰਥਿਕ ਅਧਿਕਾਰ ਕੀ ਆ, ਪਰ ਉਹਦਾ ਸਮਾਜ ਦੇ ਵਿੱਚ ਆਰਥਿਕ ਪੱਧਰ ਕਿੱਥੇ ਖੜਾ ਹੈ। ਹਾਲਾਂਕਿ ਮਰਦ ਨਾਲੋਂ 3 ਗੁਣਾ ਜ਼ਿਆਦਾ ਕੰਮ ਔਰਤ ਕਰਦੀ ਆ, ਉਹਦੀ ਕਈ ਡਿਊਟੀਜ਼ ਹੁੰਦੀਆਂ ਨੇ। ਘਰ ਵੀ ਦੇਖਣਾ, ਬੱਚਿਆਂ ਦੀ ਜ਼ਿੰਮੇਵਾਰੀ ਵੀ, ਘਰ ਦੇ ਬਜ਼ੁਰਗਾਂ ਦੀ ਜ਼ਿੰਮੇਵਾਰੀ ਵੀ, ਸਮਾਜਿਕ ਜ਼ਿੰਮੇਵਾਰੀਆਂ ਵੀ,
ਜੇ ਰਿਸ਼ਤੇਦਾਰੀ ਦੇ ਵਿੱਚ ਜਾਣਾ, ਲੈਣ ਦੇਣ ਕਰਨਾ, ਜੋ ਕੁਝ ਵੀ ਹੈ ਉਹ ਵੀ ਜ਼ਿੰਮੇਵਾਰੀ, ਹਰ ਜ਼ਿੰਮੇਵਾਰੀ ਔਰਤ ਦੇ ਸਿਰ। ਸੋ ਜੇਕਰ ਉਹ 3 ਗੁਣਾ ਜ਼ਿਆਦਾ ਡਿਊਟੀਆਂ ਨਿਭਾਉਂਦੀ ਹੈ ਤੇ ਫਿਰ ਕੀ ਗੱਲ ਉਹਦੀ ਆਰਥਿਕ ਭਾਗੀਦਾਰੀ ਕੋਈ ਨਹੀਂ ਹੈਗੀ। ਸਵੇਰੇ ਇੱਕ ਔਰਤ ਉੱਠਦੀ ਹੈ, 4 ਵਜੇ ਉੱਠ ਜਾਂਦੀਆਂ ਨੇ ਔਰਤਾਂ ਕਈ, ਤੇ ਰਾਤ ਦੇ 10 ਵਜੇ ਤੱਕ ਲਗਾਤਾਰ ਖੜੀ ਕੰਮ ਕਰਦੀ ਹੋ। ਜੇ ਆਪਾਂ ਪੇਂਡੂ ਖਿੱਤੇ ਦੀਆਂ ਔਰਤਾਂ ਦੀ ਗੱਲ ਕਰੀਏ, ਉਹਨਾਂ ਦੀ ਤਾਂ ਹੋਰ ਵੀ ਬਹੁਤ ਮਾੜੀ ਹੈ। ਉਹਨਾਂ ਨੇ ਘਰੇ ਡੰਗਰ ਪਸ਼ੂ ਵੀ ਸਾਂਭਣੇ ਹੁੰਦੇ, ਖੇਤ ਵੀ ਜਾਣਾ ਹੁੰਦਾ, ਖੇਤਾਂ ਦੇ ਵਿੱਚ ਵੀ ਕੰਮ ਕਰਦੀਆਂ ਬਰਾਬਰ। ਹੁਣ ਇਹ ਲੋਕ ਮੰਨਣ ਲੱਗ ਪਏ ਨੇ, ਉੱਥੇ ਵੀ ਜਦੋਂ ਡਿਬੇਟਾਂ ਹੁੰਦੀਆਂ ਸੀ ਸਾਡੀਆਂ ਤਾਂ ਮੰਨਦੇ ਸੀਗੇ, ਦੱਸਦੇ ਸੀ ਕਿਸਾਨ ਕਿ ਹਾਂ ਜੀ ਸਾਡੇ ਘਰ ਦੀਆਂ, ਸਾਡੇ ਜਿਹੜੇ ਔਰਤਾਂ ਨੇ ਸਾਡੇ ਘਰ ਦੀਆਂ, ਉਹ ਕਈ ਘੰਟੇ ਖੇਤਾਂ ਦੇ ਵਿੱਚ ਵੀ ਕੰਮ ਕਰਦੀਆਂ, ਪਰ ਘਰੇ ਆ ਕੇ ਵੀ ਕੰਮ ਕਰਦੀਆਂ, ਸਾਰਾ ਕੁਝ ਕਰਦੀਆਂ। ਪਰ ਮਰਦ ਨੇ ਕਦੇ ਉਹਦੇ ਘਰ ਦੇ ਘਰੇਲੂ ਕੰਮਾਂ ਦੇ ਵਿੱਚ ਤਾਂ ਕਦੇ ਹੱਥ ਵਟਾਇਆ ਨਹੀਂ, ਪਰ ਔਰਤ ਉਹਦੇ ਹਰ ਕੰਮ ਦੇ ਵਿੱਚ ਹੱਥ ਵਟਾਉਂਦੀ ਹੈ। ਜਦੋਂ ਕਣਕ ਦੀ ਕਟਾਈ ਹੁੰਦੀ ਆ, ਤੁਸੀਂ ਦੇਖਿਆ ਕਰੋ ਬਹੁਤ ਸਾਰੀਆਂ ਔਰਤਾਂ ਖੇਤਾਂ ਦੀ ਕਣਕ ਦੀ ਕਟਾਈ ਤੋਂ ਲੈ ਕੇ ਗੁਹਾਈ ਤੇ ਫਿਰ ਉੱਥੋਂ ਦੇ ਜਿਹੜਾ ਤੂੜੀ ਤੰਦ ਦਾ ਢੋ ਢੁਆਈਆ ਹੁੰਦਾ, ਉਹਦੇ ਵਿੱਚ ਬਰਾਬਰ ਭਾਗੀਦਾਰੀ ਕਰਦੀਆਂ ਨੇ। ਜੇ ਆਪਾਂ ਮਜ਼ਦੂਰੀ ਵਾਲੇ ਪਾਸੇ ਆ ਜਾਈਏ, ਇੱਥੇ ਮਜ਼ਦੂਰ ਔਰਤਾਂ ਦੀ ਵੀ ਗੱਲ ਕਰਨੀ ਬਣਦੀ ਆ। ਮਜ਼ਦੂਰੀ ਦੇ ਵਿੱਚ ਵੀ ਦੇਖਿਆ ਤੁਸੀਂ ਵੀ ਦੇਖਿਆ ਕਰੋ, ਪਰ ਦੇਖਦੇ ਤਾਂ ਤੁਸੀਂ ਹੈਗੇ ਹੋ, ਇਹ ਨਹੀਂ ਕਿ ਦੇਖਦੇ ਨਹੀਂ। ਤੁਹਾਡੇ ਨੇੜੇ ਤੇੜੇ ਬਿਲਡਿੰਗਾਂ ਬਣਦੀਆਂ, ਪਰ ਕਦੇ ਗੌਰ ਨਹੀਂ ਕੀਤਾ, ਪਰ ਅੱਜ ਤੋਂ ਬਾਅਦ ਤੁਸੀਂ ਗੌਰ ਜ਼ਰੂਰ ਕਰਿਓ। ਜਦੋਂ ਕੋਈ ਬਿਲਡਿੰਗ ਬਣਦੀ ਹੈ, ਮੈਂ ਕੇਵਲ ਪੰਜਾਬ ਦੀ ਨਹੀਂ, ਮੈਂ ਸਮੁੱਚੇ ਭਾਰਤ ਤੋਂ ਜਿਹੜੀ ਮਜ਼ਦੂਰ ਔਰਤ ਦੀ ਗੱਲ ਕਰਦੀ ਹਾਂ। ਹੁਣ ਯੂਪੀ ਬਿਹਾਰ ਤੋਂ ਔਰਤਾਂ, ਮਜ਼ਦੂਰ ਔਰਤਾਂ ਆਪਣੇ ਪਰਿਵਾਰਾਂ ਸਮੇਤ ਪੰਜਾਬ 'ਚ ਬਹੁਤ ਵੱਡੇ ਪੱਧਰ 'ਤੇ ਆਈਆਂ ਹੋਈਆਂ, ਤੇ ਤੁਸੀਂ ਦੇਖੋ ਜਦੋਂ ਕਦੇ ਬਿਲਡਿੰਗ ਬਣਦੀ ਹੁੰਦੀ ਆ ਨਾ, ਤੇ ਉਹ ਕਿੰਨੇ ਇੱਕੋ ਸਮੇਂ ਕਿੰਨੀ ਡਿਊਟੀਆਂ ਨਿਭਾਉਂਦੀਆਂ। 2-2 3-3 ਮੰਜ਼ਿਲਾ ਉੱਚੀ ਬਿਲਡਿੰਗ ਤੇ ਪੌੜੀਆਂ ਚੜ੍ਹ ਕੇ ਨਾ, ਉਹ 10-10 15-15 ਇੱਟਾਂ ਸਿਰ ਤੇ ਰੱਖੀਆਂ ਹੁੰਦੀਆਂ, ਤੇ ਪਿੱਛੇ ਛੋਟਾ ਬੱਚਾ ਢੂਈ ਤੇ ਬੰਨਿਆ ਹੁੰਦਾ। ਜੇ ਨਹੀਂ ਕਿਸੇ ਨੇ, ਮੇਰੇ ਦੇਖੋ ਨਾਲ ਬਿਲਡਿੰਗ ਬਣ ਰਹੀ ਹੈ, ਮੇਰੇ ਸਾਹਮਣੇ ਮੇਰੇ ਘਰ ਦੇ, ਉੱਥੇ ਆ ਜਾਓ, ਦਿਖਾ ਦਿੰਦੀ ਹਾਂ ਕਿ ਕਿਸ ਤਰੀਕੇ ਨਾਲ ਉਹ ਔਰਤਾਂ ਕਰਦੀਆਂ ਨੇ। ਔਰ ਹੈਰਾਨੀ ਵਾਲੀ ਗੱਲ, ਮੈਂ ਵੀਡੀਓ ਵੀ ਬਣਾਈ ਕਿ ਬੰਦਾ ਨੀਚੇ ਖੜਾ, ਕਈ ਨਾਲ ਜਿਹੜਾ ਉਹ ਤਸਲਾ ਭਰ ਦਿੰਦਾ, ਸੀਮੈਂਟ ਮਿੱਟੀ ਗਾਰੇ ਦਾ ਜੋ ਵੀ ਹੈਗਾ, ਉਹ ਪਿੱਛੇ ਉਹਦੇ ਬੱਚਾ ਬੰਨਿਆ ਹੁੰਦਾ, ਝੋਲੀ ਜਿਹੀ ਬਣਾ ਕੇ, ਉੱਪਰ ਸਿਰ ਤੇ ਉਹਦਾ ਵੇਟ ਹੁੰਦਾ, 2-2 3-3 ਮੰਜ਼ਿਲਾ ਪੌੜੀਆਂ ਚੜ੍ਹ ਕੇ ਜਾਂਦੀ ਹੈ। ਉਹ ਆਰਾਮ ਨਾਲ ਖੜਦਾ, ਜਿੰਨੀ ਦੇਰ ਉਹ ਉੱਤੇ ਲੈ ਕੇ ਜਾਂਦੀ ਹੈ ਨਾ ਸਮਾਨ ਬਿਲਡਿੰਗ ਦੇ, ਤੇ ਉਹ ਆਰਾਮ ਨਾਲ ਏਦਾਂ ਖੜਾ ਹੁੰਦਾ ਜਾਂ ਸੂਟੇ ਮਾਰ ਰਿਹਾ ਹੁੰਦਾ ਸਿਗਰਟ ਦੇ। ਕਿੱਥੇ ਇਨਸਾਫ ਔਰਤ ਦੇ ਨਾਲ? ਇਸ ਤੋਂ ਅੱਗੇ ਦੱਸਾਂ ਹੋਰ ਅਤਿਆਚਾਰ ਔਰਤ ਤੇ। ਜਦੋਂ ਸ਼ਾਮ ਨੂੰ ਦਿਹਾੜੀ ਦਾ ਹਿਸਾਬ ਕਿਤਾਬ ਹੁੰਦਾ, ਜੋ ਬਚੀ ਹੈ ਔਰਤ ਨੂੰ ਘੱਟ ਦਿੱਤੀ ਜਾਂਦੀ ਦਿਹਾੜੀ। ਮਿਹਨਤਾਨਾ ਉਸਦਾ ਸਭ ਤੋਂ ਜ਼ਿਆਦਾ, ਪਤੀ ਤੋਂ ਜ਼ਿਆਦਾ, ਲੇਕਿਨ ਮਿਹਨਤ ਜ਼ਿਆਦਾ, ਲੇਕਿਨ ਮਿਹਨਤਾਨਾ ਅੱਧਾ। ਫਿਰ ਕਹਿੰਦੇ ਆ ਔਰਤ ਆਵਾਜ਼ ਨਾ ਉਠਾਵੇ। ਜੋ ਆਵਾਜ਼ ਉਠਾਉਂਦੀ ਆ, ਫਿਰ ਉਹ ਬਦ ਚੱਲਣਾ, ਫਿਰ ਉਹ ਕਰੈਕਟਰਲੈਸ, ਉਹਨੂੰ ਲੇਬਲ ਬੜੀ ਜਲਦੀ ਚਿਪਕਾ ਦਿੱਤਾ ਜਾਂਦਾ ਉਹਦੇ ਨਾਲ, ਵੀ ਮਤਲਬ ਕੁੱਟਾਂਗੇ, ਮਾਰਾਂਗੇ, ਲਤਾੜਾਂਗੇ, ਆਵਾਜ਼ ਵੀ ਨਹੀਂ ਉਠਾਉਣ ਦੇਵਾਂਗੇ। ਪਿੰਡਾਂ ਦੇ ਵਿੱਚ, ਅਸੀਂ ਪਿੰਡਾਂ 'ਚੋਂ ਆਏ ਹੈਗੇ, ਖੇਤਾਂ 'ਚ ਕੰਮ ਕਰਨ ਵਾਲੇ, ਉੱਥੇ ਕਿਹੋ ਜਿਹੀਆਂ ਨੀਤੀਆਂ ਔਰਤ ਦੇ ਲਈ ਹੈ। ਸਾਰਾ ਦਿਨ ਘਰ 'ਚ ਕੰਮ ਕਰਨਾ, ਫਿਰ ਖੇਤ ਆ ਕੇ ਬਰਾਬਰ ਮਰਦਾਂ ਦੇ ਨਾਲ ਕੰਮ ਕਰਨਾ, ਲੇਕਿਨ ਜਦੋਂ ਫਸਲ ਵੇਚੀ ਜਾਂਦੀ ਹੈ, ਉਸ ਫਸਲ ਦਾ ਸਾਰਾ ਜਿਹੜਾ ਪੈਸਾ ਉਹ ਮਰਦ ਦੀ ਜੇਬ 'ਚ ਜਾਊਗਾ, ਆਪਣੀ ਮਰਜ਼ੀ ਨਾਲ ਉਹਨੂੰ ਵਰਤਣ ਲਈ ਦੇਊਗਾ। ਇਹੋ ਜਿਹੀ ਬੇਇਨਸਾਫੀਆਂ ਔਰਤ ਨਾਲ ਕੀਤੀਆਂ ਗਈਆਂ ਨੇ। ਹੁਣ ਤੁਸੀਂ ਇੱਥੇ ਇੱਕ ਸਵਾਲ ਵੀ ਚੁੱਕੋਗੇ ਕਿ ਮਰਦ ਜਿਹੜਾ ਹੈਗਾ ਜੀ, ਉਹ ਘਰੇ ਨਹੀਂ ਵਰਤਦਾ ਪੈਸਾ? ਵਰਤਦਾ, ਅਸੀਂ ਕਿਹੜੇ ਨਹੀਂ ਵਰਤਦਾ, ਪਰ ਉਹਦੀ ਆਜ਼ਾਦੀ ਦੇਖੋ ਨਾ ਕਿੰਨੀ ਹੈ।
ਪੈਸਾ ਲੈਂਦਾ ਆਪਣੀ ਜੇਬ 'ਚ ਪਾਉਂਦਾ, ਮਰਜ਼ੀ ਨਾਲ ਘਰੇ ਵਰਤਦਾ। ਜੇ ਘਰ ਦੇ ਵਿੱਚ ਔਰਤ ਨੂੰ 10 ਰੁਪਏ ਦੀ ਲੋੜ ਹੈ ਤਾਂ 5 ਰੁਪਏ ਦੇਗਾ, ਆਪਣੇ ਆਪ ਤੇ ਖਰਚ ਕਰ ਲੇਗਾ। ਉਹ ਸ਼ਰਾਬ ਤੇ ਖਰਚ ਕਰ ਲੇਗਾ, ਨਸ਼ਿਆਂ ਤੇ ਖਰਚ ਕਰ ਲੇਗਾ, ਦੋਸਤਾਂ ਮਿੱਤਰਾਂ ਦੇ ਵਿੱਚ ਬੈਠ ਕੇ ਖਰਚ ਕਰ ਲੇਗਾ, ਔਰ ਹੋਰ ਇੱਧਰ ਉੱਧਰ ਘੁੰਮਣ ਫਿਰਨ ਤੇ ਖਰਚ ਕਰ ਲੇਗਾ, ਵਹੀਕਲ ਖਰੀਦ ਕੇ ਉਹਦੇ ਤੇ ਖਰਚ ਕਰ ਲੇਗਾ। ਪਰ ਔਰਤ ਨੂੰ ਕਿਹਾ ਜਾਂਦਾ ਕਿ ਤੈਨੂੰ ਰੋਟੀ ਤੇ ਕੱਪੜਾ, 2 ਚੀਜ਼ਾਂ ਤਾਂ ਮਿਲੀ ਜਾਂਦੀਆਂ, ਹੋਰ ਤੈਨੂੰ ਕੀ ਚਾਹੀਦਾ। ਮੇਰੀ ਆਪਣੀ ਜਾਣਕਾਰੀ ਦੇ ਵਿੱਚ, ਰਿਸ਼ਤੇਦਾਰੀ ਦੇ ਵਿੱਚ ਇਹ ਗੱਲਾਂ ਹੁੰਦੀਆਂ ਨੇ। ਉਹਨੂੰ ਕਿਹਾ ਜਾਂਦਾ ਵੀ ਚੰਗੇ 2 ਟਾਈਮ ਦੀ ਵਧੀਆ ਰੋਟੀ ਮਿਲਦੀ ਹੈ, ਇਹਨੂੰ ਵਧੀਆ ਕੱਪੜਾ ਪਾਉਣ ਨੂੰ ਮਿਲਦਾ, ਹੋਰ ਇਹਨੂੰ ਕੀ ਚਾਹੀਦਾ। ਇਹ ਗੱਲਾਂ ਸੁਣਦੀਆਂ ਨੇ। ਸੋ ਇੱਕ ਪਾਸੇ ਤਾਂ ਅਸੀਂ ਕਹੀ ਜਾਂਦੇ ਹਾਂ ਕਿ 50% ਔਰਤ ਤੋਂ ਬਿਨਾਂ ਸ੍ਰਿਸ਼ਟੀ ਦੀ ਕਲਪਨਾ ਹੀ ਨਹੀਂ ਕੀਤੀ ਜਾਂਦੀ, ਤੇ ਫਿਰ ਉਹਨੂੰ ਇੰਨਾ ਕੁਚਲਿਆ ਕਿਉਂ ਜਾ ਰਿਹਾ ਵੀ? ਇਹਨਾਂ ਸਵਾਲਾਂ ਦੇ ਜਵਾਬ ਕੌਣ ਦੇਊਗਾ? ਜੇ ਔਰਤ ਸੰਗਠਨ ਹੋ ਰਹੀ ਹੈ ਆਪਣੇ ਹੱਕਾਂ ਦੇ ਲਈ, ਫਿਰ ਬੜੀ ਚੁੱਭਦੀ ਹੈ। ਹੱਕ ਨਾ ਮੰਗੇ, ਸਿਰਫ ਆਪਣੇ ਕਰਤੱਵਾਂ ਦਾ ਪਾਲਣ ਕਰੇ, ਆਪਣੇ ਫਰਜ਼ ਨਿਭਾਵੇ, ਅਧਿਕਾਰਾਂ ਦੀ ਕੋਈ ਗੱਲ ਨਾ ਕਰਿਓ। ਕਿਉਂਕਿ ਔਰਤ ਤਾਂ ਮਿੱਟੀ ਦੀ ਹੈ ਨਾ, ਮਿੱਟੀ ਦੀ ਕੰਧ ਆ। ਐਵੇਂ ਨਹੀਂ ਪੁਰਾਣੀਆਂ ਕਹਾਵਤਾਂ ਬਣੀਆਂ, ਮਿੱਟੀ ਦੀ ਕੰਧ ਆ ਜੀ ਔਰਤ, ਜਿੰਨਾ ਮਰਜ਼ੀ ਕੁੱਟ ਲਓ, ਅਤਿਆਚਾਰ ਕਰ ਲਓ। ਕਿਉਂ? ਹੁਣ ਪੜ੍ਹੀ ਲਿਖੀ ਔਰਤ ਇਹਨਾਂ ਕਹਾਵਤਾਂ ਨੂੰ ਠੋਕਰ ਨਹੀਂ ਮਾਰੇਗੀ, ਡਿਲੀਟ ਨਹੀਂ ਕਰੇਗੀ। ਰਹਿੰਦੀ ਖੂੰਹਦੀ ਕਸਰ ਆ ਸਾਡੇ ਪੁਰਾਤਨ ਕਿੱਸਾਕਾਰਾਂ ਨੇ ਕੱਢ ਦਿੱਤੀ। ਕਦੇ ਗਿੱਚੀ ਪਿੱਛੇ ਮਾਰਤਾ, ਕਦੇ ਗਿੱਟਿਆਂ 'ਚ ਮਾਰਤਾ। ਸਾਨੀਆ ਮਿਰਜ਼ਾ ਨੇ ਇਹ ਭਰਮ ਭੁਲੇਖੇ ਤੋੜੇ ਆ। ਇਸ ਤੋਂ ਇਲਾਵਾ ਹੋਰ ਵੀ ਕਿੰਨੀਆਂ IAS PCS IPS ਔਰਤਾਂ, ਕਿਹੜੇ ਖੇਤਰ 'ਚ ਔਰਤ ਨੇ ਮਲੜੀ ਮਾਰੀ ਜਦੋਂ ਉਹਨੂੰ ਮੌਕਾ ਮਿਲਿਆ? ਪੜ੍ਹਾਈ ਦੇ ਖੇਤਰ ਦੇ ਵਿੱਚ। ਤੇ ਜੇ ਉਹਦੇ ਗਿੱਟਿਆਂ 'ਚ ਮਾਰਤਾ, ਜੇ ਉਹਦੀ ਗੁੱਤ ਪਿੱਛੇ ਮਾਰਤਾ, ਤੇ ਫਿਰ ਪਰਸੈਂਟੇਜ ਤਾਂ ਫਿਰ ਮਰਦ ਦੀ ਹੋਣੀ ਚਾਹੀਦੀ ਸੀ ਨਾ। ਆਈਲੈਟਸ ਅੱਜ ਲੜਕੀਆਂ ਤਾਂ ਕਰ ਰਹੀਆਂ ਨੇ, ਵੱਧ ਤੋਂ ਵੱਧ ਬੈਂਡ ਪ੍ਰਾਪਤ ਕਰ ਰਹੀਆਂ ਨੇ, ਤੇ ਜਿਹੜਾ ਸਿਰ ਦੀ ਚੋਟੀ ਦੀ ਮੱਤ ਵਾਲਾ, ਗਿੱਟਿਆਂ 'ਚ ਜਾਂ ਗੁੱਤ ਪਿੱਛੇ ਮੱਤ ਵਾਲੀ ਤਾਂ ਮਤਲਬ ਟੌਪ ਤੇ ਜਾ ਰਹੀ ਹੈ ਪੜ੍ਹਾਈ ਦੇ ਵਿੱਚ, ਆਈਲੈਟਸ ਵੀ ਕਰ ਰਹੀ ਹੈ। ਤੇ ਜਿਹਦੀ 10ਵੇਂ ਦੁਆਰ ਦੇ ਵਿੱਚ ਮੱਤ ਗਿਣੀ ਜਾਂਦੀ ਹੈ ਮਰਦ ਦੀ, ਜਾਂ ਟੌਪ ਆਫ ਦੀ ਕ੍ਰੀਏਸ਼ਨ ਆਪਣੇ ਆਪ ਨੂੰ ਕਹਾਉਂਦਾ ਹੈ, ਉਹ ਕਿੱਥੇ ਖੜਾ ਅੱਜ? ਲੱਭਦੇ ਫਿਰਦੇ ਨੇ ਕਿ ਕੋਈ ਆਈਲੈਟਸ ਵਾਲੀ ਕੁੜੀ ਮਿਲ ਜੇ, ਅਸੀਂ ਪੈਸੇ ਲਾ ਦੇਂਗੇ ਬਾਹਰ ਜਾਣ ਵਾਸਤੇ। ਇਹ ਹਾਲਾਤ ਨੇ। ਤੇ ਫਿਰ ਵੀ ਸ਼ਰਮ ਨਹੀਂ ਕਰਦੇ ਜਦੋਂ ਕਹਿੰਦੇ ਔਰਤ ਨੇ ਤਾਂ ਗੁੱਤ ਪਿੱਛੇ ਮਾਰਤਾ। ਕਮਾਈ ਕਰੇ ਔਰਤ, ਬਹੁਤ ਸਾਰੀਆਂ ਇਹੋ ਜਿਹੀਆਂ ਉਦਾਹਰਨਾਂ ਨੇ। ਇੱਕ ਪ੍ਰੋਫੈਸਰ ਬੀਬੀ, ਉਹਦੀ ਸਾਰੀ ਤਨਖਾਹ ਜਦੋਂ ਆਉਂਦੀ ਸੀ ਉਹਦੇ ਹਸਬੈਂਡ ਦੇ ਹੱਥ 'ਚ, ਸਿਰਫ ਉਹਨੂੰ ਤੇਲ ਪਾਉਣ ਲਈ ਦਿੱਤਾ ਜਾਂਦਾ ਸੀਗਾ 150 ਰੁਪਈਆ ਸਕੂਟਰੀ ਦੇ ਵਿੱਚ, ਕੋਈ ਜ਼ਰੂਰਤ ਨਹੀਂ ਉਹਦੀ। ਜੇ ਕੱਪੜੇ ਸੀ ਤਾਂ ਹਸਬੈਂਡ ਨੇ ਲਿਆ ਕੇ ਦੇ ਦੇਣੇ ਵੀ ਆਹ ਜਿਹੜਾ ਤੈਨੂੰ ਲਿਆਤਾ ਕੱਪੜਾ, ਇਹ ਪਾਲਾ ਸਵਾ ਕੇ, ਬਸ ਦੈਟਸ ਆਲ, ਹੋਰ ਤੇਰਾ ਕੋਈ ਰਾਈਟ ਨਹੀਂ ਬਣਦਾ। ਇਸੇ ਤਰ੍ਹਾਂ ਕਿਸਾਨ ਔਰਤਾਂ ਦੀ ਗੱਲ ਹੈ ਕਿ ਮੰਡੀ ਦੇ ਵਿੱਚ ਸਾਡੀ ਜਿਹੜੀ ਸੂਬਾ ਪ੍ਰਧਾਨ ਨੇ ਰਾਜਵਿੰਦਰ ਕੌਰ, ਉਹਨਾਂ ਨੇ ਦੱਸਿਆ ਕਿ ਮੈਂ ਖੁਦ ਖੇਤੀਬਾੜੀ ਕਰਦੀ ਹਾਂ, ਟਰੈਕਟਰ ਚਲਾਉਂਦੀ ਹਾਂ, ਆਪਣੀ ਫਸਲ ਕੱਟ ਕੇ ਆਪ ਮੰਡੀ 'ਚ ਲੈ ਕੇ ਜਾਂਦੀ ਹਾਂ। ਉੱਥੇ ਮੈਨੂੰ ਇੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਬਹੁਤ ਜ਼ਿਆਦਾ। ਉਹ ਤਾਂ ਕਰ ਰਹੀ ਖੇਤੀਬਾੜੀ ਦਾ ਕੰਮ ਨਾਲ, ਪਰ ਕੀ ਮਰਦ ਕਦੇ ਚੁੱਲ੍ਹੇ ਚੌਂਕੇ ਨੂੰ ਆ ਕੇ ਸੰਭਾਲ ਲੂਗੇ ਘਰ ਦੇ ਵਿੱਚ? ਕਦੇ ਵੀ ਨਹੀਂ। ਉੱਥੇ ਉਹਦੀ ਮਰਦਾਨਗੀ ਟਪਕਣ ਲੱਗ ਜਾਂਦੀ ਹੈ, ਉਹਦੀ ਮਰਦਾਨਗੀ ਨੂੰ ਠੇਸ ਪਹੁੰਚਣ ਲੱਗ ਜਾਂਦੀ ਹੈ ਕਿ ਇਹ ਤਾਂ ਔਰਤਾਂ ਵਾਲਾ ਕੰਮ ਆ। ਤੇ ਜਦੋਂ ਔਰਤਾਂ ਖੇਤਾਂ ਦੇ ਵਿੱਚ ਜਾ ਕੇ ਕੰਮ ਕਰਦੀਆਂ, ਉਹਨਾਂ ਨੇ ਤਾਂ ਕਦੇ ਕਿਹਾ ਨਹੀਂ ਮਰਦਾਂ ਵਾਲਾ ਕੰਮ ਅਸੀਂ ਨਹੀਂ ਚੱਕਦੀਆਂ। ਕਿੰਨੀਆਂ ਉਦਾਹਰਨਾਂ ਨੇ। ਕੁੜੀ ਗੁਰਪ੍ਰੀਤ ਕੌਰ ਜਿਹੜੀ ਹੈਗੀ ਆ, ਮੇਰੇ ਖਿਆਲ ਸੰਗਰੂਰ ਡਿਸਟ੍ਰਿਕਟ ਦੀ, ਸ਼ਾਇਦ ਨਵਰੂਪ ਕੌਰ ਵੀ ਆ, ਹਾਂ, ਕਿੰਨੀ 80-85 ਸਾਲ ਦੀ ਹੋਈ ਪਈ, ਉਹ ਖੇਤੀਬਾੜੀ ਦਾ ਕੰਮ ਕਰਦੀ ਹੈ। ਇੱਕ ਕੁੜੀ ਜੰਗ ਗੁਰਪ੍ਰੀਤ ਕੌਰ, ਕਿਵੇਂ ਮਤਲਬ ਖੇਤੀਬਾੜੀ ਦੇ ਸਾਰੇ ਕੰਮ ਉਹਨੇ ਸੰਭਾਲਿਆ ਹੋਇਆ। ਇੱਧਰ ਫਗਵਾੜੇ ਚਲੇ ਜਾਓ, ਇੱਥੇ ਆਪਣੇ ਪਿਤਾ ਦੇ ਨਾਲ ਆਇਰਨ ਦਾ ਕੰਮ ਕਰਦੀਆਂ, ਵੈਲਡਿੰਗ ਤੱਕ ਦਾ ਕੰਮ, ਸਾਰਾ ਦਿਨ ਆਪਣੀ ਵਰਕਸ਼ਾਪ ਦੇ ਵਿੱਚ ਆਪਣੇ ਬਾਪ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ। ਉਦੋਂ ਚੰਗੀਆਂ ਲੱਗਦੀਆਂ, ਤੇ ਜਦੋਂ ਆਪਣੇ ਹੱਕ ਮੰਗਣਗੀਆਂ ਫਿਰ ਉਹ ਵੱਧ ਚੱਲਣ ਹੋ ਜਾਣਗੀਆਂ। ਵਾਈ? ਵਾਟ ਇਜ਼ ਦਿਸ? ਔਰਤ ਦਾ ਉਹਦੀ ਕੋਈ ਸਦਰ ਨਹੀਂ।
ਉਹਦੀ ਕੋਈ ਖੁਆਇਸ਼ ਨਹੀਂ। ਸੋ ਉਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਪੱਤਰਕਾਰ ਇਹੋ ਜਿਹੇ ਬੇਤੁਕੇ ਸਵਾਲ ਉਹਨੂੰ ਕਰ ਰਹੇ ਸੀਗੇ ਪ੍ਰਧਾਨ ਜੀ ਨੂੰ ਕਿ 6000 ਰੁਪਏ। ਉਹਨੇ ਕਿਹਾ ਵੀ ਦੇਖੋ, ਜੇਕਰ ਮਰਦ ਨੂੰ 6000 ਰੁਪਏ ਮੁਆਵਜ਼ਾ ਮਿਲਦਾ ਤਾਂ ਫਿਰ ਔਰਤ ਨੂੰ ਵੀ ਤਾਂ ਮਿਲਣਾ ਚਾਹੀਦਾ ਨਾ, ਖੇਤੀਬਾੜੀ ਜਦੋਂ ਕੰਮ ਕਰਦੀ ਹੈ। ਜੇ ਹੁਣ ਮਰਦ ਖੁਦਕੁਸ਼ੀ ਕਰਦਾ, ਕਿਸਾਨ ਮਰਦ, ਤੇ ਉਹਦੇ ਲਈ ਕੁਛ ਨਾ ਕੁਛ ਪ੍ਰਾਵਧਾਨ ਹੈ, ਲੇਕਿਨ ਔਰਤ ਲਈ ਕਿਉਂ ਨਹੀਂ? ਜੇਕਰ ਉਹ ਆਪਣੀ ਜਾਨ ਗਵਾ ਬੈਠਦੀ ਹੈ ਤਾਂ ਉਹਨੂੰ ਲੈ ਕੇ ਇੰਨਾ ਰਿੜਕਿਆ ਉਹਨਾਂ ਨੇ ਜਿਹੜੇ ਪੱਤਰਕਾਰ ਸੀ। ਤੁਸੀਂ 6000 ਰੁਪਏ ਕਰਕੇ, 6000 ਪੈਸੇ ਕਰਕੇ, ਉਸ 6000 ਰੁਪਏ ਕਰਕੇ ਤੁਸੀਂ ਯੂਨੀਅਨ ਬਣਾਈ। ਸ਼ਰਮ ਨਹੀਂ ਆਈ ਹੈ ਜੇ ਪੱਤਰਕਾਰਾਂ, ਲਾਹਨਤ ਹੈ ਪੱਤਰਕਾਰਾਂ ਤੇ। ਉਹ ਆਪਣੇ ਘਰ ਦੇ ਵਿੱਚ ਦੇਖਦੇ ਨਹੀਂ ਕਿ ਉਹਨਾਂ ਦੀਆਂ ਔਰਤਾਂ ਕਿੰਨੀ ਕਿਹੜੇ ਕਿਹੜੇ ਉਹਨਾਂ ਦੇ ਪਰਸਨਲ ਆਪਣੇ ਹੋ ਸਕਦੇ ਨੇ ਕਾਰਜ। ਕਹਿਣ ਦਾ ਭਾਵ ਇਹ ਸੀ ਕਿ ਔਰਤ ਜਦੋਂ ਦੱਸ ਰਹੀ ਹੈ ਕਿ ਮੈਂ ਖੇਤੋਂ ਆਪ ਖੇਤੀਬਾੜੀ ਕਰਦੀ ਹਾਂ, ਫਿਰ ਮੈਂ ਫਸਲ ਲੈ ਕੇ ਜਾਣੀ, ਜਿਹੜੀ ਮੈਨੂੰ ਉੱਥੇ ਸਮੱਸਿਆਵਾਂ ਆਉਂਦੀਆਂ ਮੈਂ ਉਹਨਾਂ ਦੇ ਪ੍ਰਤੀ ਆਵਾਜ਼ ਉਠਾਊਂਗੀ। ਹੋਰ ਵੀ ਔਰਤਾਂ ਦੀਆਂ ਸਮੱਸਿਆਵਾਂ ਜਿਹੜੀਆਂ ਸਿਰਫ ਔਰਤ ਹੀ ਹੱਲ ਕਰ ਸਕਦੀ ਹੈ, ਔਰਤ ਹੀ ਡਿਸਕਸ ਕਰ ਸਕਦੀ ਹੈ। ਮੰਨ ਲਓ ਕੋਈ ਔਰਤ ਵਿਡੋ ਆ, ਉਹਦੇ ਕੋਲ ਕਮਾਈ ਦਾ ਕੋਈ ਸਾਧਨ ਨਹੀਂ, 2-2.5 ਏਕੜ ਜ਼ਮੀਨ ਹੈਗੀ ਆ, ਉਹਦੇ ਤੇ ਉਹ ਆਪਣਾ ਗੁਜ਼ਰ ਬਸਰ ਕਰਨ ਲਈ ਖੇਤੀਬਾੜੀ ਖੁਦ ਕਰ ਰਹੀ ਆ, ਉਹਨੂੰ ਕੋਈ ਸਮੱਸਿਆਵਾਂ ਨਹੀਂ ਹੈਗੀ। ਉਹ ਕਿਹਦੇ ਕੋਲ ਜਾਊਗੀ? ਉਹ 32 ਕਿਸਾਨ ਯੂਨੀਅਨ ਦੇ ਕੋਲ ਜਾਊਗੀ। ਉਹ ਕਰਨਗੇ ਜਿਹੜੇ ਉਹਨੂੰ ਬਿਠਾਉਂਦੇ ਨਹੀਂ ਨਾਲ। ਕਿਸੇ ਮੀਟਿੰਗ ਵਿੱਚ ਦੇਖੀ ਆ ਕੋਈ ਔਰਤ ਬੈਠੀ ਹੋਈ ਉਹਨਾਂ ਦੇ? ਜਿੰਨੀਆਂ ਸਕੈਮ ਦੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਕਦੇ ਦੇਖੀ ਸੀ ਔਰਤ ਬੈਠੀ? ਕਿਉਂਕਿ ਉਹਨਾਂ ਦੇ ਦਿਮਾਗ 'ਚ ਇਹ ਗੱਲ ਹੈ, ਮੈਨੂੰ ਕੋਈ ਝਿਜਕ ਨਹੀਂ ਗਈ, ਜਿੰਨੇ ਵੀ ਪ੍ਰਧਾਨ ਹੈਗੇ ਨੇ ਐਸਕੇਐਮ ਦੇ, ਉਹਨਾਂ ਦੇ ਦਿਮਾਗਾਂ 'ਚ ਇਹ ਗੱਲ ਜ਼ਰੂਰ ਕਿਤੇ ਨਾ ਕਿਤੇ ਬੈਠੀ ਵੀ ਔਰਤ ਦਾ ਉਸकी ਚੀਜ਼ ਦੇ ਪਿੱਛੇ ਮੱਤ ਹੁੰਦੀ ਹੈ। ਇਸ ਤੋਂ ਵੱਡੀ ਕੀ ਐਗਜ਼ਾਮਪਲ ਸੈੱਟ ਕਰ ਸਕਦੀ, ਕੀ ਉਦਾਹਰਨ ਦੇ ਸਕਦੀ ਕਿ ਔਰਤ ਨੇ ਕਿੱਥੇ 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 ਤੁਹਾਡੀਆਂ ਘਟੀਆਂ ਪੀਸੀਆਂ ਦਕੀਆਂ ਨੂਸੀ ਇਹਨਾਂ ਭਰਮ ਭੁਲੇਖਿਆਂ ਨੂੰ ਤੋੜਿਆ ਹੈ। ਸੋ ਕਹਿਣ ਦਾ ਭਾਵ ਹੈ ਕਿ ਜਿਹੜੀ ਗੱਲ ਮਹਿਲਾ ਕਿਸਾਨ ਯੂਨੀਅਨ ਬਣੀ ਆ, ਉਹ ਵਚਨਬੱਧ ਹੈ ਇਸ ਕੰਮ ਦੇ ਲਈ ਕਿ ਜਦੋਂ ਵੀ ਕਿਤੇ ਵੀ ਲੋੜ ਪਏਗੀ ਉਹ ਪਿੱਛੇ ਨਹੀਂ ਹਟੇਗੀ। ਆਪਣੇ ਭਰਾਵਾਂ ਨਾਲ, ਜਿੰਨੀਆਂ ਕਿਸਾਨ ਜਥੇਬੰਦੀਆਂ ਹੈਗੀਆਂ ਨੇ, ਉਹਨਾਂ ਦੇ ਨਾਲ ਮੋਢਾ ਜੋੜ ਕੇ ਹਰ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਏਗੀ। ਵੱਖ ਹੋ ਕੇ ਨਹੀਂ ਚੱਲੇਗੀ, ਉੱਥੇ ਕੋਈ ਬਗਾਵਤ ਨਹੀਂ ਕਰੇਗੀ, ਬਗਾਵਤੀ ਸੁਰਾਂ ਨਹੀਂ ਅਪਣਾਏਗੀ, ਉੱਥੇ ਇੱਕ ਸੁਰ ਹੋ ਕੇ ਚੱਲਾਂਗੇ। ਸੋ ਥੋੜਾ ਜਿਹਾ ਦਿਮਾਗ ਨਾਲ ਸੋਚ ਕੇ ਸਵਾਲ ਪੁੱਟ ਕਰਿਆ ਕਰੋ। ਮੇਰੀ ਪੱਤਰਕਾਰ ਭਾਈਚਾਰੇ ਨੂੰ ਇਹ ਬੇਨਤੀ ਹੈ, ਹੱਥ ਜੋੜ ਕੇ, ਤੇ ਆਮ ਸਮਾਜਦਾਰਾਂ ਨੂੰ ਵੀ ਬੇਨਤੀ ਹੈ ਕਿ ਵਿਚਾਰਿਓ, ਇਸ ਚੀਜ਼ ਨੂੰ ਵਿਚਾਰ ਕੇ ਫੇਰ ਕੋਈ ਗੱਲ ਕਰਿਓ। ਐਵੇਂ ਨਾ ਖੰਭਾਂ ਦੀਆਂ, ਬਿਨਾਂ ਖੰਭਾਂ ਤੋਂ ਉਡਾਰਾ ਬਣਾ ਲਿਆ ਕਰੋ। ਔਰਤ ਦਾ ਸਨਮਾਨ ਕਰਨਾ ਸਿੱਖੋ। ਔਰਤ ਵੀ ਪਰਮਾਤਮਾ ਦੀ ਇੱਕ ਕ੍ਰੀਏਸ਼ਨ ਹੈ। ਜੇ ਤੁਸੀਂ ਔਰਤ ਬਿਨਾਂ ਚੱਲ ਹੀ ਨਹੀਂ ਸਕਦੇ, ਤੁਹਾਡਾ ਘਰ ਨਹੀਂ ਚੱਲ ਸਕਦਾ, ਤੇ ਫਿਰ ਸਨਮਾਨ ਕਿਉਂ ਨਹੀਂ ਕਰਦੇ ਵੀ ਔਰਤ ਨੂੰ? ਫਿਰ ਉਹਦੇ ਅਧਿਕਾਰਾਂ ਦੀ ਰਾਖੀ ਕਿਉਂ ਨਹੀਂ ਕਰਦੇ? ਉਹਨੂੰ ਆਪਣੇ ਅਧਿਕਾਰ ਮੰਗਣ ਦਾ ਹੱਕ ਕਿਉਂ ਨਹੀਂ ਦਿੰਦੇ? ਸੋ ਇਸ ਕਰਕੇ ਇੱਕ ਵਾਰੀ ਫਿਰ ਬੇਨਤੀ ਹੈ, ਕਿਸਾਨ ਯੂਨੀਅਨ ਬਣੀ ਆ, ਬਾਗੀ ਸੁਰਾਂ ਨਾ ਅਪਣਾਇਓ, ਇਹਦੇ ਖਿਲਾਫ ਵਿਚਾਰਿਓ, ਸਾਡੇ ਨਾਲ ਬੈਠ ਕੇ ਡਿਬੇਟ ਕਰਿਓ ਇਸ ਮਸਲੇ ਤੇ ਕਿ ਤੁਸੀਂ ਇਹ ਬਣਾਈ ਕਿਉਂ ਕਿਸਾਨ ਯੂਨੀਅਨ। ਧੰਨਵਾਦ, ਬਹੁਤ ਸ਼ੁਕਰੀਆ। ਉਮੀਦ ਹੈ ਕਿ ਤੁਸੀਂ ਸਾਰੀਆਂ ਗੱਲਾਂ ਨੂੰ ਵਿਚਾਰੋਗੇ, ਪਹਿਲਾਂ ਨਿਰਖੋਗੇ, ਪਰਖੋਗੇ, ਵਿਚਾਰੋਗੇ, ਫਿਰ ਕੋਈ ਅੱਗੇ ਗੱਲ ਤੋਰੋਗੇ।